ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਆਂ ਕੋਲੋਂ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੁਹਾਣਾ ਵਾਲਿਆਂ ਪਾਸੋਂ ਇਸ ਇਕੱਠ ਦੀ ਵਿਚਾਰ ਸਤਿਗੁਰਾਂ ਦਾ ਗਿਆਨ ਹੈ, ਇਸ ਨੂੰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਭਗਤੀ ਕਰਨ ਦਾ ਬੜਾ ਸੌਖਾ ਢੰਗ ਦੱਸਿਆ ਹੈ। ਮਹਾਰਾਜ ਕਹਿੰਦੇ ਆ, ਉਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ। ਸੱਚੇ ਪਾਤਸ਼ਾਹ ਕਹਿੰਦੇ ਜੁਗਤ ਹੈ ਕਿ ਜਿਹੜੇ ਸੋਹਣੇ ਮੋਤੀ ਹੈ ਇਹ ਮੋਤੀਆਂ ਨੂੰ ਰਤਨਾਂ ਦੇ ਨਾਲ ਜੋੜ ਕੇ ਜਿਹੜਾ ਜਰ ਰੂਪੀ ਸਾਡੇ ਸਰੀਰ ਨੂੰ ਦੁੱਖ ਲੱਗਾ ਹੋਇਆ ਹੈ, ਭਾਵ ਵਾਰ-ਵਾਰ ਅਸੀਂ ਬਚਪਨ ਤੋਂ ਮੌਤ ਵੱਲ ਵੱਧਦੇ ਹਾਂ, ਬੁਢੇਪੇ ਵੱਲ ਵੱਧਦੇ ਹਾਂ। ਮਹਾਰਾਜ ਕਹਿੰਦੇ ਉਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ। ਹੁਣ ਮੋਤੀ ਕਿਹੜੇ ਆ ਗੁਰਮੁਖ ਪਿਆਰਿਓ? ਮੋਤੀ ਕਿਹਾ ਜਾਂਦਾ ਆਪਣੇ ਸਵਾਸਾਂ ਨੂੰ, ਤੇ ਰਤਨ ਕਿਹਾ ਜਾਂਦਾ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਕਿਸੇ ਪੁਆਇੰਟ ਤੇ ਤਾਂ ਸਵਾਸਾਂ ਨੂੰ ਹੀਰੇ ਕਿਹਾ ਹੈ, ਕਿਸੇ ਪੁਆਇੰਟ ਤੇ ਸਵਾਸਾਂ ਨੂੰ ਮੋਤੀ ਕਿਹਾ। ਜਿਵੇਂ ਮੋਤੀ ਅਤੇ ਰਤਨਾਂ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਜਾਏ ਤਾਂ ਇੱਕ ਹਾਰ ਬਣ ਜਾਂਦਾ। ਉਸੇ ਤਰੀਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜੀ ਸਾਡੇ ਸਵਾਸਾਂ ਦੇ ਮੋਤੀ ਨੇ ਤੇ ਸ਼ਬਦ ਦੇ ਰਤਨ ਨੇ, ਇਹਨਾਂ ਨੂੰ ਜੋੜ ਕੇ ਤੁਸੀਂ ਸੂਖਮ ਹਾਰ ਬਣਾਉਣਾ। ਹੁਣ ਸਵਾਸਾਂ ਦੇ ਮੋਤੀ ਰਤਨਾਂ ਨਾਲ ਕਿਵੇਂ ਜੋੜਨੇ ਆ? ਆ ਜਿਹੜਾ ਆਪਾਂ ਹੁਣ ਤਰੀਕਾ ਅਪਣਾਇਆ ਸੀਗਾ, ਵਾਹਿਗੁਰੂ 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 ਵਾਹਿਗੁਰੂ, ਇਹ ਜਦੋਂ ਅਸੀਂ ਪੂਰਾ ਧੁਨ ਦੇ ਵਿੱਚ ਧਿਆਨ ਧਰ ਕੇ ਅਭਿਆਸ ਕਰਦੇ ਹਾਂ ਤਾਂ ਇੱਕ ਇੱਕ ਸਵਾਸ ਜਿਹੜਾ ਹੈ ਉਹ ਵਾਹਿਗੁਰੂ ਸ਼ਬਦ ਦੀ ਧੁਨ ਦੇ ਵਿੱਚ ਜੁੜ ਜਾਂਦਾ ਹੈ। ਇਹਨੂੰ ਕਹਿੰਦੇ ਆ ਉਜਲ ਮੋਤੀ ਸੋਹਣੇ। ਸੋਹਣੇ ਮੋਤੀ ਜਿਹੜੇ ਸਾਨੂੰ ਪਿਛਲੇ ਯੁਗਾਂ ਦੀ ਕਮਾਈ ਦੇ ਵਿੱਚ ਬੜੀਆਂ ਜੋਦੜੀਆਂ ਬੇਨਤੀਆਂ ਕਰਨ ਕਰਕੇ ਸਾਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਦਿੱਤੇ ਆ, ਰਤਨਾਂ ਨਾਲ ਜੁੜਨ। ਜੇ ਆਪਾਂ ਕਹਿ ਸਕਦੇ ਹਾਂ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਹੁਣ ਇਹਨਾਂ ਦੇ ਵਿੱਚ ਆਪਾਂ ਇਹਨਾਂ ਮੋਤੀਆਂ ਦੇ ਵਿੱਚ ਰਤਨ ਨੂੰ ਜੋੜਨਾ ਹੈ, ਤੇ ਜਿੰਨਾ ਸਵਾਸਾਂ ਦੇ ਨਾਲ ਅਸੀਂ ਸਿਮਰਨ ਕਰਦੇ ਜਾਵਾਂਗੇ ਓਨਾ ਵੱਡਾ ਹਾਰ ਬਣਦਾ ਜਾਊਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਹਾਰ ਨੂੰ ਰਤਨਾਂ ਦੇ ਹਾਰ ਨੂੰ ਵੱਡਾ ਕਰਦੇ ਜਾਓਗੇ ਤੇ ਫਿਰ ਤੁਹਾਡੇ ਉੱਤੇ ਸਤਿਗੁਰ ਤੁਹਾਡੇ ਹਾਰ ਨੂੰ ਕਿੰਨੇ ਕੁ ਸਵਾਸ ਤੁਸੀਂ ਸ਼ਬਦ ਰੂਪੀ ਰਤਨ ਤੇ ਜਮ੍ਹਾਂ ਕਰਾਏ ਆ, ਇਸ ਚੀਜ਼ ਨੂੰ ਦੇਖ ਕੇ ਅਕਾਲ ਪੁਰਖ ਨੇ ਤੁਹਾਡੇ ਤੇ ਕਿਰਪਾ ਕਰਨੀ ਹੈ। ਫਿਰ ਦੂਸਰੀ ਜੁਗਤੀ ਦੱਸਦੇ ਆ, ਜਹਾਂ ਬੋਲ ਤਹ ਅਛਰ ਆਵਾ, ਜਹਾਂ ਅਬੋਲ ਤੈ ਮਨ ਨ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨ ਕੋਈ। ਹੁਣ ਜਿਹੜੀ ਜਗ੍ਹਾ ਤੇ ਜਾ ਕੇ ਅਸੀਂ ਬੋਲਣਾ ਹੁੰਦਾ ਹੈ ਉਹ ਜਗ੍ਹਾ ਕਿਹੜੀ ਹੈ? ਦੁਨੀਆ। ਉੱਥੇ ਸਾਨੂੰ ਫੁਰਨੇ ਆਉਂਦੇ ਰਹਿੰਦੇ ਨੇ, ਗਿਆਨ ਆ ਜਾਂਦਾ ਹੈ। ਕਹਿੰਦੇ ਜਹ ਅਬੋਲ ਤੈ ਮਨ ਨ ਰਹਾਵਾ। ਤੇ ਜਿਹੜੀ ਜਾ ਕੇ ਤੇ ਜਗ੍ਹਾ ਤੇ ਜਾ ਕੇ ਅਸੀਂ ਬੋਲਣਾ ਨਹੀਂ,
ਸਿਰਫ ਮਨ ਨੇ ਪਹਿਰਾ ਦੇਣਾ ਹੈ, ਉੱਥੇ ਮਨ ਰੁਕਦਾ ਨਹੀਂ। ਜਹਾਂ ਬੋਲਤ ਹੈ ਅਛਰ ਆਵਾ, ਜਹਾਂ ਅਬੋਲਤ ਹੈ ਮਨ ਨ ਰਹਾਵਾ। ਬੋਲ ਅਬੋਲ ਮਦ ਹੈ ਸੋਈ। ਜਿੱਥੇ ਮਹਾਰਾਜ ਜੀ ਕਹਿੰਦੇ ਆ ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਅੱਗੇ ਕਹਿੰਦੇ ਆ ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਮਹਾਰਾਜ ਜੀ ਕਹਿੰਦੇ ਜਿੰਨੇ ਤਾਂ ਮਸਤਕ ਦੇ ਉੱਪਰ ਬੈਠੇ ਹੋਏ ਅਕਾਲ ਪੁਰਖ ਦੀ ਪਛਾਣ ਕਰ ਲਈ ਹੈ, ਉਹਨੂੰ ਤਾਂ ਕੋਈ ਦਿੱਕਤ ਹੀ ਨਹੀਂ, ਕੋਈ ਰੁਕਾਵਟ ਹੀ ਨਹੀਂ। ਪਰ ਜਿਹਨੂੰ ਅਜੇ ਬੋਲਣਾ ਨਹੀਂ ਆਇਆ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਜੋ ਹਜੇ ਸਿਰਫ ਮਾਇਆ ਦੇ ਬੋਲ ਹੀ ਬੋਲਦਾ ਪਿਆ, ਨਿੰਦਿਆ ਚੁਗਲੀ ਕਰਦਾ ਪਿਆ, ਕਹਿੰਦੇ ਉਹਨੂੰ ਮਰਨਾ ਵੀ ਚਿੱਤ ਨਹੀਂ ਆਉਂਦਾ। ਜਿਹਨੂੰ ਗੁਰੂ ਦੇ ਸ਼ਬਦ ਦੇ ਨਾਲ ਹੀਰੇ ਰੂਪੀ ਸ਼ਬਦ, ਰਤਨ ਰੂਪੀ ਸ਼ਬਦ ਦੇ ਨਾਲ ਹੀਰੇ ਜੋੜਨੇ ਨਹੀਂ ਆਉਂਦੇ, ਜਿਹਨੂੰ ਬੋਲ ਦੇ ਵਿੱਚ ਆ ਕੇ ਇਹ ਨਹੀਂ ਪਤਾ ਕਿ ਬੋਲਣਾ ਕੀ ਹੈ। ਜਹਾਂ ਬੋਲਤ ਹੈ ਅਛਰ ਆਵਾ, ਜਦੋਂ ਬੋਲਣਾ ਸ਼ੁਰੂ ਕਰਦਾ ਹੈ ਤਾਂ ਗਿਆਨ ਦੇ ਆਧਾਰ ਤੇ ਬੋਲੀ ਜਾਂਦਾ ਹੈ, ਵਿਚਾਰਾਂ ਫੁਰਨਿਆਂ ਦੇ ਵਿੱਚ ਬੋਲੀ ਜਾਂਦਾ ਹੈ, ਦੁਨੀਆਦਾਰੀ ਦੇ ਹਿਸਾਬ ਨਾਲ ਬੋਲੀ ਜਾਂਦਾ ਹੈ। ਤੇ ਜਿੱਥੇ ਜਾ ਕੇ ਬੋਲ ਨੂੰ ਛੱਡ ਕੇ ਬੈਠਣਾ ਸੀਗਾ, ਜਹਾਂ ਅਬੋਲਤ ਹੈ ਮਨ ਨ ਰਹਾਵਾ, ਉਸ ਜਗ੍ਹਾ ਨੂੰ ਨਾ ਲੱਭਿਆ ਤੇ ਨਾ ਉੱਥੇ ਜਾ ਕੇ ਬੈਠਦਾ। ਇਹ ਬੋਲ ਅਤੇ ਅਬੋਲ ਦੀ ਖੇਡ ਹੈ। ਸਿਮਰਨ ਬੋਲ ਬੋਲ ਕੇ ਸਵਾਸ ਜਮ੍ਹਾਂ ਕਰਨੇ ਆ। ਜਿਵੇਂ ਜਿਵੇਂ ਸਵਾਸ ਜਮ੍ਹਾਂ ਹੋਈ ਜਾਂਦੇ ਆ ਤੇ ਸਿਮਰਨ ਨਾਲ ਸਾਡੇ ਵਿਚਾਰ, ਅੱਖਰ ਜਿਹੜੇ ਮਨ ਦੇ ਵਿੱਚ ਅੱਖਰ ਚੱਲਦੇ ਆ, ਇਹ ਰੁਕੀ ਜਾਂਦੇ ਆ। ਤੇ ਜਿੱਥੇ ਅਬੋਲ ਹੈ, ਜਿੱਥੇ ਕੋਈ ਵੀ ਆਵਾਜ਼ ਨਹੀਂ, ਉੱਥੇ ਜਾ ਕੇ ਆਸਣ ਲਾ ਲੈਣਾ ਬਸ। ਜਿਹਨੂੰ ਮਹਾਰਾਜ ਕਹਿੰਦੇ ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਉੱਚਾ ਆਸਣ ਲਾ ਕੇ ਸਹਿਜ ਗੁਫਾ ਦੇ ਵਿੱਚ ਬੈਠ ਜਾਣਾ ਹੈ। ਉੱਥੇ ਅਬੋਲ ਅਵਸਥਾ ਹੈ, ਉੱਥੇ ਕੋਈ ਵੀ ਅਵਸਥਾ ਨਹੀਂ ਹੈਗੀ ਬੋਲਣ ਦੀ, ਗਿਆਨ ਦੀ, ਸਿਰਫ ਅਬੋਲ ਹੈ। ਉੱਥੇ ਮਨ ਨੂੰ ਰੋਕਣਾ ਹੈ, ਕਿਉਂਕਿ ਮਹਾਰਾਜ ਕਹਿੰਦੇ 52 ਅਛਰ ਲੋਕ ਤਰੈ, ਸਭ ਕਿਛ ਨਹੀਂ ਮਾਹੇ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ ਹੈ। ਜੇ ਤੁਸੀਂ ਇਕੱਲਾ ਗਿਆਨ ਦੇ ਵਿੱਚ ਹੀ, ਸ਼ਬਦ ਦੇ ਵਿੱਚ ਹੀ, ਦੁਨਿਆਵੀ ਕਿਰਿਆਵਾਂ ਦੇ ਵਿੱਚ ਹੀ ਰਹਿੰਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਫਿਰ ਅੱਖਰ ਖਿਰ ਜਾਣਗੇ। ਅਸੀਂ ਸਿਮਰਨ ਅੱਖਰਾਂ ਦਾ ਹੀ ਕਰਨਾ ਹੈ, ਵਰਣਾਤਮਕ ਸਿਮਰਨ ਕਰਨਾ ਹੈ, ਜਿਹਦੇ ਬਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ। ਗੁਰਮੰਤਰ ਦੇ ਅਭਿਆਸ ਦੀ ਬਹੁਤ ਜ਼ਿਆਦਾ ਲੋੜ ਆ ਸਾਨੂੰ। ਜੇ ਅਸੀਂ ਅੱਖਰਾਂ ਦੇ ਸ਼ਬਦ ਨਾਲ ਸਿਮਰਨ ਨਾ ਕਰਾਂਗੇ, ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਬਖਾਣ। ਫਿਰ ਅੱਗੇ ਭੇਤ ਦੱਸਦੇ ਨੇ, ਜਿਨ ਇਹ ਲਿਖੇ ਤੇ ਸਿਰ ਨਾਏ, ਜੇ ਫਰਮਾਏ ਤਿਵੇਂ ਤਿਵ ਪਾਏ। ਇੱਥੇ ਤਾਂ ਤੁਸੀਂ ਅੱਖਰਾਂ ਦੇ ਵਿੱਚ ਸਿਮਰਨ ਕਰਨਾ ਹੈ, ਵਰਣਾਤਮਕ ਸਿਮਰਨ ਕਰਨਾ ਹੈ, ਬੋਲ ਦੇ ਵਿੱਚ ਜਾ ਕੇ ਸਿਮਰਨ ਕਰਨਾ ਹੈ। ਪਰ ਜਿੱਥੇ ਤੁਸੀਂ ਅਵਸਥਾ 'ਚ ਜਾ ਕੇ ਆਸਣ ਲੱਗਣਾ ਹੈ, ਉੱਥੇ ਕਹਿੰਦੇ ਜਿਨ ਇਹ ਲਿਖੇ ਤੇ ਸਿਰ ਨਾਏ, ਉੱਥੇ ਕੋਈ ਵੀ ਅੱਖਰ ਨਹੀਂ ਹੈਗਾ। ਸਿਰਫ ਉੱਥੇ ਬੈਠਾ ਫਰਮਾਨ ਕਰਦਾ ਹੈ, ਤੇ ਇਸ ਸੰਸਾਰ ਦੇ ਵਿੱਚ ਉਸੇ ਤਰੀਕੇ ਦੇ ਅੱਖਰ ਲਿਖ ਦਿੱਤੇ ਜਾਂਦੇ ਨੇ ਜੀਆਂ ਦੇ ਮਸਤਕ ਤੇ। ਵਿਚਾਰ ਚੱਲਦੇ ਆ ਸਾਰੇ ਪਾਸੇ, ਜੇ ਫਰਮਾਏ ਤਿਵ ਤਿਵ ਪਾਏ। ਜਹਾਂ ਬੋਲਤਾ ਹੈ ਅਛਰ ਆਵਾ, ਜਿੱਥੇ ਆ ਕੇ ਅਸੀਂ ਬੋਲਣਾ ਹੈ, ਉੱਥੇ ਮਾਲਕ ਨਹੀਂ ਹੈਗਾ, ਸਿਰਫ ਮਾਲਕ ਦਾ ਵਰਣਾਤਮਕ ਗਿਆਨ ਹੈ। ਭਾਸ਼ਾ ਦੁਆਰਾ ਗਿਆਨ ਕਰਨਾ ਹੈ, ਭਾਸ਼ਾ ਦੁਆਰਾ ਸਿਮਰਨ ਕਰਨਾ ਹੈ, ਪਰ ਉਹ ਵੀ ਵੇਖਣਾ ਹੈ ਕਿ ਕੀ ਬੋਲਣਾ ਹੈ ਅਸੀਂ ਸੰਸਾਰ 'ਚ ਆ ਕੇ। ਹੁਣ ਕਹਿੰਦੇ ਬੋਲ ਨਾ ਜਾਣੇ ਮਾਇਆ ਮਦ ਮਾਤਾ, ਜਿਨ੍ਹਾਂ ਨੂੰ ਬੋਲ ਨਹੀਂ ਪਤਾ ਵੀ ਇੱਥੇ ਆ ਕੇ ਬੋਲਣਾ ਕੀ ਹੈ। ਮਹਾਰਾਜ ਕਹਿੰਦੇ ਮਾਇਆ ਦੇ ਵਿੱਚ, ਮਦ ਦੇ ਵਿੱਚ ਰੰਗੇ ਹੋਏ ਬੋਲਦੇ ਰਹਿੰਦੇ ਆ।
ਸਾਰਾ ਦਿਨ ਸੰਸਾਰ ਦੀਆਂ ਗੱਲਾਂ ਕਰਦੇ ਨੇ, ਸਾਰਾ ਦਿਨ ਨਿੰਦਿਆ ਚੁਗਲੀ ਕਰਦੇ ਨੇ, ਸਾਰਾ ਦਿਨ ਦੁਬਦਾ ਦੇ ਵਚਨ ਕਰਦੇ ਨੇ। ਜੇਕਰ ਮਾਲਕ ਦੀ ਉਸਤਤ ਵੀ ਕਰਨਗੇ, ਮਾਲਕ ਦੀ ਵਿਚਾਰ ਕਰਦਿਆਂ ਕਰਦਿਆਂ ਵਿੱਚ ਨਿੰਦਿਆ ਚੁਗਲੀ ਦੇ ਵਚਨ ਕਰਨ ਲੱਗ ਜਾਂਦੇ ਨੇ, ਦੁਬਦਾ ਦੇ ਵਚਨ ਕਰਨ ਲੱਗ ਜਾਂਦੇ ਨੇ, ਫਿਰ ਹਜੇ ਬੋਲਣਾ ਨਹੀਂ ਆਇਆ ਕਿ ਬੋਲਣਾ ਕੀ ਹੈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ, ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ। ਜਿਹੜੇ ਬੁਰੇ ਬੋਲ ਬੋਲਦੇ ਆ, ਭਾਵ ਸਾਰਾ ਦਿਨ ਦੁਨਿਆਵੀ ਵਿਚਾਰਾਂ ਹੀ ਕਰਦੇ ਰਹਿੰਦੇ ਨੇ, ਉਹਨਾਂ ਦੇ ਨਾਲ ਪ੍ਰੀਤ ਤੋੜ ਲੈਂਦਾ ਹੈ ਉਹ ਸੱਚਾ ਪਾਤਸ਼ਾਹ। ਕਹਿੰਦੇ ਇਹਨੂੰ ਤਾਂ ਬੋਲਣ ਦੀ ਜਾਂਚ ਨਹੀਂ। ਜਿਵੇਂ ਸਾਡੇ ਘਰ ਦੇ ਵਿੱਚ ਕੋਈ ਮੈਂਬਰ ਵੱਸਦਾ ਹੈ, ਸਾਡਾ ਇੱਕ ਪਰਿਵਾਰ ਹੈ, ਤੇ ਜਿਸ ਜੀਵ ਨੂੰ ਬੋਲਣ ਦਾ ਢੰਗ ਨਾ ਹੋਵੇ, ਆਪਾਂ ਕਹਿੰਦੇ ਇਹਨੂੰ ਅਕਲ ਹੈ ਨਹੀਂ ਬੋਲਣ ਦੀ ਕਿ ਬੋਲਣਾ ਕਿਵੇਂ ਹੈ। ਉਸੇ ਤਰੀਕੇ ਹੀ ਅਸੀਂ ਮਾਲਕ ਦੇ ਬੱਚੇ ਆ। ਉਹ ਸਾਡੇ ਸਨਮੁਖ ਹੈ, ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਪਿਆ, ਵੇਖਦਾ ਪਿਆ ਸਾਰੇ ਪਾਸੋਂ, ਤੇ ਵੇਖਦਾ ਹੈ ਕਿ ਮੈਂ ਇਹਨਾਂ ਨੂੰ ਜਿੰਦਾ ਰੱਖਿਆ, ਮੈਂ ਇਹਨਾਂ ਨੂੰ ਪਾਲ ਰਿਹਾ, ਤੇ ਮੇਰੀ ਖਿਲਾਫੀਅਤ ਕਰਦੇ ਪਏ ਨੇ। ਇਹਨਾਂ ਨੂੰ ਬੋਲਣ ਦੀ ਜਾਂਚ ਨਹੀਂ ਰਹਿ ਗਈ, ਅਕਲ ਨਹੀਂ ਹੈਗੀ। ਤੇ ਇਸ ਕਰਕੇ ਸਾਡੇ ਨਾਲ ਉਹ ਆਪਦਾ ਨਾਤਾ ਤੋੜ ਲੈਂਦਾ, ਸਾਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੰਦਾ। ਕਿਉਂਕਿ ਮਹਾਰਾਜ ਕਹਿੰਦੇ ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਜੈ ਦਾਨ, ਨਾਨਕ ਆਖੇ ਰਾਏ ਹੋਰ ਗੱਲਾਂ ਸੈਤਾਨ। ਜੇ ਅਕਲ ਨਹੀਂ ਹੈਗੀ, ਅਕਲ ਕਿਹੜੀ? ਸਿਰਫ ਅਸੀਂ ਸਰੀਰ ਦੀ ਅਕਲ ਦਾ ਇਸਤੇਮਾਲ ਕਰਦੇ ਹਾਂ, ਮਨ ਦੀ ਅਕਲ ਦਾ ਇਸਤੇਮਾਲ ਨਹੀਂ ਕਰਦੇ। ਜੇ ਮਨ ਦੀ ਅਕਲ ਦਾ ਇਸਤੇਮਾਲ ਕਰਾਂਗੇ, ਫਿਰ ਸੱਚੇ ਪਾਤਸ਼ਾਹ ਦੇ ਸਨਮੁਖ ਰਹਾਂਗੇ। ਮਨ ਦੁਆਰਾ ਜੇਕਰ ਅਸੀਂ ਪੂਰਨ ਅਕਲ ਦਾ ਇਸਤੇਮਾਲ ਕਰਾਂਗੇ, ਫਿਰ ਸੱਚੇ ਪਾਤਸ਼ਾਹ ਦੇ ਸਨਮੁਖ ਰਹਾਂਗੇ। ਹੁਣ ਸਾਨੂੰ ਨਾ ਬੋਲਣ ਦਾ ਪਤਾ ਲੱਗਾ, ਤੇ ਜਿੱਥੇ ਅਬੋਲ ਅਵਸਥਾ ਵਿੱਚ ਅਸੀਂ ਰਾਤ ਨੂੰ ਸੁਤੇ ਸਿੱਧ ਚਲੇ ਜਾਂਦੇ ਹਾਂ, ਜਿਹਨੂੰ ਕਹਿੰਦੇ ਆ ਨੀਂਦ ਵਿੱਚ ਚਲੇ ਜਾਂਦੇ ਹਾਂ, ਨਾ ਉੱਥੇ ਮਨ ਟਿਕਦਾ, ਉੱਥੇ ਵੀ ਵਿਚਾਰਾਂ ਤੇ ਆਕਾਰਾਂ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ। ਤਾਂ ਸਤਿਗੁਰ ਕਹਿੰਦੇ ਆ, ਬੋਲ ਬੋਲ ਮਦੈ ਹੈ ਸੋਈ, ਜਸੋ ਤਸ ਜਸੋ ਹੈ ਤਸ ਲਖੈ ਨਾ ਕੋਈ। ਅੱਲੇ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ, ਬਟਕ ਬੀਜ ਮੈਂ ਰਵ ਰਹਿਓ, ਜਾ ਕੋ ਤੀਨ ਲੋਕ ਵਿਸਥਾਰ। ਹੁਣ ਮਹਾਰਾਜ ਕਹਿੰਦੇ ਤੁਸੀਂ ਬੋਲ ਦੇ ਵਿੱਚ ਵੀ ਉਸ ਨੂੰ ਲੱਭਣਾ ਹੈ, ਤੇ ਅਬੋਲ ਅਵਸਥਾ 'ਚ ਜਿੱਥੇ ਉਹ ਸਹਿਜ ਗੁਫਾ ਦੇ ਵਿੱਚ ਬੈਠੇ ਆ, ਉੱਥੇ ਜਾ ਕੇ ਵੀ ਉਹਨਾਂ ਨੂੰ ਲੱਭਣਾ ਹੈ। ਬੋਲ ਵਿੱਚ ਲੱਭੇ ਦੀ ਕੀ ਨਿਸ਼ਾਨੀ ਹੈ? ਜਦੋਂ ਸਾਨੂੰ ਗੁਰਮੰਤਰ ਦਾ ਅਭਿਆਸ ਕਰਦੇ ਆ, ਰਸ ਆਉਣ ਲੱਗ ਜਾਵੇ ਨਾ, ਸਾਡੀ ਜੀਭਾ ਤੇ ਰਸ ਆਉਣਾ ਸ਼ੁਰੂ ਹੋ ਗਿਆ, ਤੇ ਕਹਿੰਦੇ ਬੋਲਾਂ ਦੇ ਵਿੱਚ ਅਸਲ ਬੋਲ ਤੁਸੀਂ ਲੱਭ ਲਿਆ ਕਿ ਕੀ ਬੋਲਣਾ ਹੈ। ਉਹ ਨਿਸ਼ਾਨੀ ਹੈ ਕਿ ਪਰਮੇਸ਼ਰ ਸਾਨੂੰ ਲੱਭ ਗਿਆ। ਜਿਨ੍ਹਾਂ ਨੇ ਸਿਮਰਨ ਕਰ ਕਰਕੇ, ਜਿਨ੍ਹਾਂ ਦੇ ਮੁਖ ਦੇ ਵਿੱਚ ਰਸ ਆਉਂਦਾ ਹੈ, ਝੋਲ ਝੋਲ ਕੇ ਅੰਮ੍ਰਿਤ ਪੀਂਦੇ ਆ, ਉਹਨਾਂ ਦਾ ਬੋਲ ਪ੍ਰਵਾਨ ਹੋ ਚੁੱਕਿਆ ਹੈ, ਤੇ ਉਹਨਾਂ ਨੇ ਬੋਲ ਦੇ ਵਿੱਚ ਅਕਾਲ ਪੁਰਖ ਨੂੰ ਲੱਭ ਲਿਆ। ਫਿਰ ਦੂਸਰੀ ਬਾਤ, ਅਬੋਲ ਦੇ ਵਿੱਚ ਜਾ ਕੇ, ਅਬੋਲ ਹੁੰਦਾ ਹੈ ਜਿੱਥੇ ਸੁੰਨ ਅਵਸਥਾ ਹੈ, ਉੱਥੇ ਜਾ ਕੇ ਪਰਮੇਸ਼ਰ ਨੂੰ ਲੱਭਣਾ। ਉੱਥੇ ਉਹ ਪ੍ਰਕਾਸ਼ ਰੂਪ ਆਸਣ ਲਾ ਕੇ ਬੈਠੇ ਨੇ, ਉੱਥੇ ਉਹਨਾਂ ਨੂੰ ਜਦੋਂ ਜਾ ਕੇ ਚਾਨਣ ਹੋਣ ਲੱਗ ਗਿਆ, ਨਾਦ ਦੀ ਆਵਾਜ਼ ਸੁਣਾਈ ਦੇਣ ਲੱਗ ਗਈ, ਅਬੋਲ ਅਵਸਥਾ 'ਚ ਵੀ ਉਹਨਾਂ ਨੇ ਲੱਭ ਲਿਆ ਮਾਲਕ ਨੂੰ। ਮਹਾਰਾਜ ਕਹਿੰਦੇ ਉਹ ਪ੍ਰਵਾਨ ਹੋ ਗਏ। ਤੇ ਜੇ ਆਪਾਂ ਉਸ ਤਰ੍ਹਾਂ ਦਾ ਸਰੀਰਕ ਰਹਿਤਾ ਤਾਂ ਰੱਖਦੇ ਪਏ ਆ ਗੁਰਮੁਖ ਪਿਆਰਿਓ। ਸਰੀਰ ਕਰਕੇ ਅਸੀਂ ਕੱਪੜੇ ਦੀ ਵੀ ਬਹੁਤ ਸੋਹਣਾ ਚੋਲਾ ਪਾਉਂਦੇ ਆ, ਬਹੁਤ ਸੋਹਣਾ ਕੱਪੜੇ ਦਾ ਸ਼ਿੰਗਾਰ ਕਰਦੇ ਆ। ਸਰੀਰ ਕਰਕੇ ਅਸੀਂ ਨਿਤਨੇਮੀ ਵੀ ਹੈ, ਸੁਚਮਤਾ ਵੀ ਰੱਖਦੇ ਆ, ਪਰ ਮਨ ਕਰਕੇ ਸਾਡੀ ਅਵਸਥਾ ਨਹੀਂ ਬਣਦੀ ਪਈ।
ਤੇ ਮਹਾਰਾਜ ਕਹਿੰਦੇ ਵੀ ਮਨ ਕਰਕੇ ਤੁਸੀਂ ਅਵਸਥਾ ਜਦੋਂ ਬਣਾ ਲਈ, ਉਸ ਦਿਨ ਤੁਸੀਂ ਦਰਗਾਹ ਵਿੱਚ ਪ੍ਰਵਾਨ ਹੋਣਾ। ਹੁਣ ਆਪਾਂ ਗੁਰ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਜਦੋਂ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਸਿਮਰਨ ਕਰਕੇ ਹੀ ਮਨ ਨੇ ਪ੍ਰਵਾਨ ਹੋਣਾ ਹੈ, ਨਾਮ ਸੁਣ ਕੇ ਹੀ ਸਾਨੂੰ ਪ੍ਰਕਾਸ਼ ਹੋਣਾ ਹੈ, ਬਸ ਕਹਿੰਦੇ ਫਿਰ ਉਸ ਦਿਨ ਤੋਂ ਜਦੋਂ ਸਾਧੂ ਨੇ ਭੇਤ ਦੇ ਦਿੱਤਾ, ਦੂਸਰੀ ਗੱਲ ਕੰਨਾਂ ਵਿੱਚ ਨਹੀਂ ਰੱਖਣੀ। ਭਾਵ ਫਿਰ ਦੁਬਧਾ ਨਹੀਂ ਕੰਨਾਂ ਵਿੱਚ ਰਹਿਣੀ ਚਾਹੀਦੀ। ਹੁਣ ਮਨਮੁਖ ਤਾਂ ਕੰਨਾਂ ਵਿੱਚ ਆਵਾਜ਼ ਰੱਖਦਾ ਦੁਬਧਾ ਦੀ, ਨਿੰਦਿਆ ਦੀ, ਚੁਗਲੀ ਦੀ, ਵੀ ਉਹਦੇ ਤੋਂ ਮੈਂ ਆਹ ਗੱਲ ਸੁਣੀ ਸੀ, ਤੈਨੂੰ ਪਤਾ ਹੈ ਉਹਦੇ ਤੋਂ ਮੈਂ ਆਹ ਗੱਲ ਸੁਣੀ ਸੀ। ਮਹਾਰਾਜ ਕਹਿੰਦੇ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਰਹਿ ਬਿਹੰਗਮ ਕਤੈ ਨਾ ਜਾਈ, ਅਗੈ ਗਹਿ ਗਹਿ ਗਗਨ ਰਹਾਈ। ਇੱਥੇ ਬਿਹੰਗਮ ਉਹ ਨਹੀਂ ਕਿਹਾ ਵੀ ਦੁਨਿਆਵੀ ਗ੍ਰਸਤ ਨਾ ਕਰੋ। ਬਿਹੰਗਮ ਮਨ ਹੁੰਦਾ ਹੈ। ਮਨ ਕਿਵੇਂ ਬਿਹੰਗਮ ਹੁੰਦਾ ਹੈ? ਉਹ ਫਿਰ ਮਾਇਆ ਭੋਗ ਦੇ ਵਿੱਚ ਨਹੀਂ ਆਉਂਦਾ, ਮਾਇਆ ਦੇ ਨਾਲ ਆਪ ਦਾ ਰਿਸ਼ਤਾ ਤੋੜ ਜਾਂਦਾ ਹੈ ਤੇ ਜੋਗੀ ਬਣ ਕੇ ਆ 10ਵੇਂ ਘਰ ਦੇ ਵਿੱਚ ਆ ਖਾਲੀ ਖਲਾ ਵਿੱਚ ਚਲਾ ਜਾਂਦਾ ਹੈ। ਅਗੈ ਗਹਿ ਗਹਿ ਗਗਨ ਰਹਾਈ, ਗਗਨ ਵਿੱਚ ਵਾਸਾ ਕਰ ਲੈਣਾ। ਜਦੋਂ ਤੁਹਾਨੂੰ ਸਤਿਗੁਰ ਦਾ ਭੇਤ ਆ ਗਿਆ ਕਿ ਸਤਿਗੁਰ ਸਾਨੂੰ ਬਚਨ ਕੀ ਕਰਦੇ ਨੇ, ਸਾਧੂਆਂ ਦੇ ਕੋਲੋਂ ਤੁਹਾਨੂੰ ਜੀਵਨ ਜਾਂਚ ਪਤਾ ਲੱਗ ਗਈ ਨਾ। ਸਾਡੀ ਭਾਸ਼ਾ 'ਚ ਸਾਨੂੰ ਸਾਧੂ ਸਮਝਾਉਂਦੇ ਆ ਨਾ, ਪੰਜਾਬੀ, ਹਿੰਦੀ ਵਿੱਚ, ਅੰਗਰੇਜ਼ੀ ਵਿੱਚ, ਉਰਦੂ, ਫਾਰਸੀ ਵਿੱਚ, ਤੇ ਸਤਿਗੁਰ ਜਿਹੜੇ ਨੇ ਉਹ ਸਾਨੂੰ ਅਨਾਹਦ ਭਾਸ਼ਾ ਵਿੱਚ ਸਮਝਾਉਂਦੇ ਆ। ਤੇ ਅਨਾਹਦ ਭਾਸ਼ਾ ਦਾ ਸਾਨੂੰ ਪਹਿਲੀ ਪੁਆਇੰਟ ਤੇ ਸਮਝ ਨਹੀਂ ਆਉਂਦੀ, ਤਾਂ ਸਾਧੂ ਸਾਨੂੰ ਭੇਤ ਦੇ ਦਿੰਦੇ ਆ। ਤੇ ਫਿਰ ਮਹਾਰਾਜ ਕਹਿੰਦੇ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਉਸੇ ਦਿਨ ਤੋਂ ਹੀ ਸੁਰਤੀ ਦੇ ਰਾਹੀਂ ਕੰਨਾਂ ਵਿੱਚ ਜਾਂ ਤਾਂ ਗੁਰਮੰਤਰ ਸੁਣਨਾ ਤੇ ਜਾਂ ਨਾਮ ਸੁਣਨਾ। ਫਿਰ ਦੂਸਰੀਆਂ ਗੱਲਾਂ ਕੰਨਾਂ ਵਿੱਚ ਨਹੀਂ ਰੱਖਣੀਆਂ। ਕਿਸੇ ਦੀ ਦੁਬਧਾ ਤੁਸੀਂ ਕੰਨਾਂ ਵਿੱਚ ਰੱਖਦੇ ਹੋਵੋ, ਦੁਬਧਾ ਸੁਣਨ ਦੇ ਸ਼ੌਕੀਨ ਹੁੰਦੇ ਹਾਂ ਅਸੀਂ। ਇੱਕ ਦੂਜੇ ਨੂੰ, ਦੂਰ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਉਹਦੇ ਤੋਂ ਨਿੰਦਿਆ ਸੁਣਦੇ ਹਾਂ ਵੀ ਉਹ ਕੋਈ 4 ਗੱਲਾਂ ਸੁਣਾਏਗਾ, ਦੁਬਧਾ ਸੁਣਾਏਗਾ। ਅੱਜ ਕੱਲ੍ਹ ਫੋਨਾਂ ਦੇ ਵਿੱਚ ਤੁਸੀਂ ਮਾੜੇ ਚੰਗੇ ਦੇਖਦੇ ਆ ਵੀ ਕਿੰਨਾ ਕੁਛ ਚੱਲਦਾ ਹੈ। ਇਹ ਕੰਨਾਂ ਦੇ ਨਾਲ ਫੋਨ ਲਾ ਕੇ ਇਹ ਗੰਦੇ ਗੀਤ, ਗੰਦਾ ਸਾਹਿਤ ਅਸੀਂ ਸੁਣਦੇ ਹਾਂ, ਮਾੜੀਆਂ ਕਹਾਣੀਆਂ ਸੁਣਦੇ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ, ਜਿਨ੍ਹਾਂ ਬਿਨਾਂ ਸਾਡਾ ਸਰ ਸਕਦਾ ਹੈ। ਐਸੀਆਂ ਗੱਲਾਂ ਸੁਣਦੇ ਹਾਂ। ਫਿਰ ਮਹਾਰਾਜ ਕਹਿੰਦੇ ਜੇ ਸੁਣੋਗੇ ਤਾਂ ਤੁਸੀਂ ਕੰਨਾਂ ਦੇ ਕੱਚੇ ਹੋ। ਕੰਨਾਂ ਦਾ ਪੱਕਾ ਹੁੰਦਾ ਸਾਧੂ, ਉਹ ਕੱਚੀਆਂ ਗੱਲਾਂ ਨਹੀਂ ਸੁਣਦਾ, ਸਿਰਫ ਪੱਕੀ ਗੱਲ ਸੁਣਦਾ ਹੈ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਇਹ ਬਚਨ ਕੰਨਾਂ 'ਚ ਵਸਾ ਕੇ ਰੱਖਦਾ ਹੈ। ਤੇ ਇਹ ਬਚਨ ਜਦੋਂ ਵਸਾ ਲੈਂਦਾ ਤੇ ਮਹਾਰਾਜ ਕਹਿੰਦੇ ਬੜਾ ਸੋਹਣਾ ਕੰਨਾਂ ਦਾ ਸ਼ਿੰਗਾਰ ਕੀਤਾ ਹੋਇਆ ਮੇਰੀ ਸੁਹਾਗਣ ਨੇ। ਪਹਿਲਾਂ ਤਾਂ ਆਪਾਂ ਵੇਖਿਆ ਵੀ ਗਲੇ ਵਿੱਚ ਹਾਰ ਪਾਇਆ ਸਵਾਸਾਂ ਦਾ ਧਨ ਜਮ੍ਹਾਂ ਕਰਕੇ। ਜਦੋਂ ਫਿਰ ਕੰਨਾਂ ਦੇ ਵਿੱਚ ਅਸੀਂ ਸ਼ਬਦ ਦੀਆਂ ਮੁੰਦਰਾਂ ਪਾ ਲੀਆਂ, ਵੀ ਗੁਰਮੰਤਰ ਸੁਣ ਰਹੇ ਆ ਤੇ ਸ਼ਬਦ ਦੀਆਂ ਵਾਲੀਆਂ ਪੈ ਗਈਆਂ, ਫਿਰ ਉਹ ਸਾਨੂੰ ਅਨਾਹਦ ਬਾਣੀ ਨਾਮ ਦਾ ਖਜ਼ਾਨਾ ਦੇ ਦਿੰਦਾ। ਫਿਰ ਸਾਧੂ ਉਹੀ ਚੀਜ਼ ਅਵਸਥਾ ਕੰਨਾਂ ਦੇ ਵਿੱਚ ਨਾਮ ਦੀ ਧੁਨ ਨੂੰ ਹੀ ਵਸਾ ਕੇ ਰੱਖਦਾ, ਹੋਰ ਕੋਈ ਦੂਜੀ ਨਹੀਂ ਗੱਲ ਕਰਦਾ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਰਹਿ ਬਿਹੰਗਮ ਕਤੈ ਨਾ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਫਿਰ ਬਿਹੰਗਮ ਹੋ ਜਾਂਦਾ ਨਾਲੇ। ਮਹਾਰਾਜ ਕਹਿੰਦੇ ਨਾਲੇ ਫਿਰ ਬਿਹੰਗਮ ਹੋ ਜਾਣਾ। ਜਦੋਂ ਕੰਨਾਂ ਦੇ ਵਿੱਚ ਨਾਮ ਸੁਣਨਾ ਹੈ, ਸ਼ਬਦ ਦਾ ਜਾਪ ਕਰਨਾ ਹੈ, ਫਿਰ ਬਿਹੰਗਮ ਜੀਵਨ ਨੂੰ ਧਾਰਨ ਕਰਨਾ ਹੈ। ਭਾਵ ਫਿਰ ਮਾਇਆ ਜਿਹੜੀ ਮਾਈ ਹੈ, ਮਾਇਆ ਮਾਈ ਤੋਂ ਨਾਤਾ ਤੋੜ ਕੇ ਸਾਰਾ ਦਿਨ ਖਾਲੀ ਖਲਾ ਵਿੱਚ ਹੀ ਆਪਾਂ ਰਹਿਣਾ। ਫਿਰ ਸਰੀਰ 'ਚ ਨਹੀਂ ਵੜਨਾ। ਭਾਵ ਫਿਰ ਸੁਰਤੀ ਕਰਕੇ ਸਾਹਮਣੇ ਵਾਸਾ ਕਰ ਲੈਣਾ ਤੇ ਸਰੀਰ ਕਰਕੇ ਕਰਮ ਕਰੀ ਜਾਣਾ, ਮਨ ਕਰਕੇ ਵਾਸਾ ਸਾਹਮਣੇ ਕਰੀ ਜਾਣਾ। ਇਹ ਸਾਨੂੰ ਅਵਸਥਾ ਦੱਸੀ ਆ। ਕਿੰਨੀ ਸੋਹਣੀ ਅਵਸਥਾ ਹੈ। ਪਰਹੇਜ ਹੀ ਕਿੰਨੇ ਦੱਸੇ ਹੋਏ ਆ ਸਾਨੂੰ। ਫਿਰ ਕਹਿੰਦੇ ਝੱਜਾ ਉਰਜ ਸੁਰਜ ਨਹੀਂ ਜਾਨਾ, ਰਹਿਓ ਝਜਕ ਨਾਹੀ ਪਰਵਾਨਾ। ਕਤ ਝਖ ਝਖ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ।
ਜਿੰਨੀ ਦੇਰ ਤੱਕ ਸੁਰਤੀ ਸ਼ਬਦ ਦਾ ਮਿਲਾਪ ਨਹੀਂ, ਆ ਜਿਹੜੀ ਆਪਾਂ ਪਹਿਲੋਂ ਗੱਲ ਕੀਤੀ ਹੈ, ਅੰਮ੍ਰਿਤ ਰਸ ਮੁਖ ਵਿੱਚ ਆਇਆ ਨਹੀਂ, ਸੱਚ ਦੇ ਸਨਮੁਖ ਨਹੀਂ ਹੋਏ, ਤਾਂ ਕਹਿੰਦੇ ਤੁਸੀਂ ਇੱਕ ਝਗੜੇ ਵਿੱਚ ਹੀ ਹੋ। ਤੇ ਉਸ ਝਗੜੇ ਵਿੱਚ ਪੈ ਕੇ ਜੇ ਦੂਸਰਿਆਂ ਨੂੰ ਉਪਦੇਸ਼ ਵੀ ਕਰੋਗੇ ਤਾਂ ਉਸ ਉਪਦੇਸ਼ ਦਾ ਕੋਈ ਲਾਹਾ ਨਹੀਂ। ਭਾਵ ਜੇ ਆਪਾਂ ਨਾਮ ਸੱਚ ਦੇ ਵਿੱਚ ਸਮਾਏ ਨਹੀਂ ਤੇ ਉਵੇਂ ਹੀ ਆਪਾਂ ਕਥਾਵਾਚਕ ਬਣੇ ਹੋਏ ਆ, ਕੋਈ ਵਿਆਕਰਨ ਦੇ ਆਧਾਰ ਤੇ ਕਰਦਾ, ਕੋਈ ਸ਼ੌਹਰਤ ਦੇ ਆਧਾਰ ਤੇ ਕਰਦਾ, ਕੋਈ ਕੱਚੇ ਗਿਆਨ ਦੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਤ ਝਖ ਝਖ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ। ਇਹ ਝਗੜਾ ਆ ਇੱਕ ਸਿਰਫ ਪੰਜਾਂ ਦੀ ਕਥਾ ਕਰਨੀ, ਜਿਹੜੀ ਝਗੜਾ ਕਰਿਆ, ਝਗੜਾ ਹੀ ਸਾਡੇ ਕਰਮਾਂ 'ਚ ਲਿਖਿਆ ਜਾਣਾ, ਰਸ ਨਹੀਂ ਆਉਣਾ। ਤਾਂ ਗੁਰਮੁਖ ਜਿਹੜੇ ਨੇ ਉਹ ਨਾ ਤਾਂ ਕਿਸੇ ਵਸਤਰਾਂ ਦੇ ਝਗੜੇ ਵਿੱਚ ਪੈਣ, ਨਾ ਕਿਸੇ ਨੇਮ ਸੋਚ ਸੰਯਮਤਾ ਦੇ ਚੱਕਰਾਂ ਵਿੱਚ ਪੈਣ। ਉਹ ਗੁਰਮੁਖ ਜਿਹੜੇ ਨੇ ਸੁਰਤੀ ਦਾ ਤੇ ਸ਼ਬਦ ਦਾ ਮਿਲਾਪ ਕਰਨ ਦੇ ਲਈ, ਸੁਰਤੀ ਦਾ ਤੇ ਪ੍ਰਕਾਸ਼ ਦਾ ਮਿਲਾਪ ਕਰਨ ਦੇ ਲਈ ਹਰ ਵਕਤ ਯਤਨਸ਼ੀਲ ਰਹਿੰਦੇ ਆ। ਉਹ ਗੁਰਮੁਖ ਸਾਰੀ ਦਿਹਾੜੀ ਸੁੰਨ ਵਿੱਚ ਆਸਣ ਲਾ ਕੇ ਰੱਖਦੇ ਆ ਵੀ ਸਾਨੂੰ ਮਹਾਰਾਜ 10ਵੇਂ ਦੁਆਰ ਦੀ ਕੁੰਜੀ ਦੇ ਦੇਣ ਤੇ ਅਸੀਂ ਆਪਦਾ ਘਰ ਖੋਲ ਕੇ ਤੇ ਉਹ ਖਜ਼ਾਨਾ ਪਾ ਲਈਏ ਜਿਹੜਾ 4 ਯੁੱਗ ਹੋ ਗਏ ਗੁਪਤ ਹੋਇਆ ਪਿਆ। ਕਹਿੰਦੇ ਦੱਦਾ ਦੇਖ ਜੋ ਬਿਨਸਨ ਹਾਰਾ, ਜਸ ਅਦੇਖ ਤਸ ਰਾਖ ਵਿਚਾਰਾ, 10ਵੇਂ ਦੁਆਰ ਕੁੰਜੀ ਜਬ ਦੀਜੈ, ਤਉ ਦਿਆਲ ਕੋ ਦਰਸ਼ਨ ਕੀਜੈ। ਜਦੋਂ ਫਿਰ ਸਾਨੂੰ ਸਤਿਗੁਰ 10ਵੇਂ ਦੁਆਰ ਦੀ ਕੁੰਜੀ ਦੇ ਦਿੰਦੇ ਨੇ, ਉਹ ਕੁੰਜੀ ਕਿਹੜੀ ਹੈ? ਜਿਸ ਦੇ ਨਾਲ 10ਵਾਂ ਦੁਆਰ ਖੁੱਲ੍ਹ ਜਾਂਦਾ ਹੈ। ਉਹ ਕੁੰਜੀ ਹੈ ਨਾਮ ਧੁਨ ਦੀ। ਜਦੋਂ ਸਾਡੇ ਅੰਦਰ ਨਾਮ ਦੀ ਧੁਨ ਪ੍ਰਗਟ ਹੋ ਗਈ, ਅਗੰਮ ਦੇ ਵਿੱਚੋਂ ਨਾਮ ਪ੍ਰਗਟ ਹੋ ਗਿਆ। ਜਿਵੇਂ ਸੰਤਾਂ ਨੂੰ ਪਹਿਲੋਂ ਅਨਾਹਤ ਬਾਣੀ ਦੀ ਕੁੰਜੀ ਦੇ ਦਿੰਦਾ, ਉਹ ਵੀ 10ਵੇਂ ਘਰ 'ਚ ਚੱਲਦੀ ਹੈ। ਪਰ ਇੱਥੇ ਗੱਲ ਕਿਹਾ 10ਵੇਂ ਦੁਆਰ ਕੁੰਚੀ ਜਬ ਦੀਜੈ, ਤਉ ਦਿਆਲ ਕੋ ਦਰਸ਼ਨ ਕੀਜੈ। ਹੁਣ ਕਾਫੀ ਜੀ ਵੈਸੇ ਨੇ ਜਿਨ੍ਹਾਂ ਦੇ ਅੰਦਰ ਅਨਾਹਤ ਬਾਣੀ ਵੀ ਚੱਲਦੀ ਹੈ, ਅੰਮ੍ਰਿਤ ਰਸ ਵੀ ਚੱਲਦਾ ਹੈ, ਪਰ ਦਰਸ਼ਨ ਨਹੀਂ ਹੁੰਦੇ। ਪਰ ਜਦੋਂ ਕੁੰਜੀ ਦੇ ਦਿੰਦਾ, ਕੁੰਜੀ ਦਿੰਦਾ ਉਹ ਨਾਮ ਦੀ, ਧੁਨ ਦੀ। ਇੱਕ ਨਾਮ ਤਾਂ ਪਵਨ ਦਾ ਸ਼ਬਦ ਚੱਲਦਾ ਹੈ, ਪਵਨ ਦੇ ਵਿੱਚ ਚੱਲਦਾ ਹੈ, ਸੁਖਮਨ ਦੇ ਵਿੱਚ ਚੱਲਦਾ ਹੈ, ਵੀ ਧੁਨ ਵੀ ਸਾਰਿਆਂ ਵਿੱਚ ਚੱਲਦੀ ਪਈ ਆ, ਪਰ ਨਾ ਕਿਸੇ ਨੂੰ ਰਸ ਆਉਂਦਾ, ਨਾ ਕਿਸੇ ਨੂੰ ਦਰਸ਼ਨ ਹੁੰਦੇ ਆ। ਇੱਕ ਨਾਮ ਅਗੰਮ ਦੇ ਵਿੱਚ ਚੱਲਦਾ ਹੈ ਜੋ ਅਸਲ ਹੈ, ਇਸ ਦੇਹੀ ਤੋਂ ਉੱਪਰ ਚੱਲਦਾ, ਜਿਹਨੂੰ ਸੁਣ ਕੇ, ਜਿਹਨੂੰ ਫਿਰ ਉਹਨੂੰ ਸਹਿਜ ਧੁਨ ਕਿਹਾ ਜਾਂਦਾ, ਨਾਦ ਕਿਹਾ ਜਾਂਦਾ। ਨਾਨਕ ਨਿਰਮਲ ਨਾਮ ਸ਼ਬਦ ਧੁਨ, ਸਚ ਰਾਮੇ ਨਾਮ ਸਮਾਈਦਾ। ਉਹ ਨਾਮ ਦੀ ਕੁੰਜੀ ਜਦੋਂ ਮਿਲਦੀ ਹੈ, ਫਿਰ ਗੁਰਮੁਖ ਉਹਦੇ ਵਿੱਚ ਜਦੋਂ ਸੁਰਤੀ ਜੋੜਦੇ ਆ, ਉਹ ਦਿਆਲ ਦੇ ਸਨਮੁਖ ਹੋ ਜਾਂਦੇ ਆ, ਪ੍ਰਕਾਸ਼ ਦੇ ਸਨਮੁਖ ਹੋ ਜਾਂਦੇ ਆ। ਹੁਣ ਅਸੀਂ ਕੀ ਕਰਨਾ ਹੈ? ਜਿਵੇਂ ਅੱਜ ਵੀ ਵਿਚਾਰਾਂ ਚੱਲ ਰਹੀਆਂ ਸੀ, ਨਾਭੇ ਗੁਰਮੁਖਾਂ ਕੋਲ ਬੈਠੇ ਸੀਗੇ। ਗੁਰਮੁਖਾਂ ਦੇ ਆ ਵੀ ਮੁੱਖ ਰੂਪ ਦੇ ਵਿੱਚ ਆਪਾਂ ਧਿਆਨ ਰੱਖਣਾ ਕਿੱਥੇ ਹੁੰਦਾ ਹੈ? ਜਿਹੜਾ ਆਪਾਂ ਧਿਆਨ ਰੱਖਣਾ ਹੁੰਦਾ ਹੈ, ਵਾਹਿਗੁਰੂ ਜੀ, ਆਪਾਂ ਸਾਹਮਣੇ ਜੋ ਅੱਖਾਂ ਸਾਡੀਆਂ ਬੰਦ ਹੋ ਗਈਆਂ, ਅੱਖਾਂ ਬੰਦ ਹੋਣ ਤੇ ਜੋ ਅੱਗੇ ਸਪੇਸ ਹੈ, ਖਾਲੀ ਹੈ, ਆਪਾਂ ਇਸ ਦੇ ਵਿੱਚ ਧਿਆਨ ਰੱਖਣਾ ਹੁੰਦਾ ਹੈ। ਫਿਰ ਕਹਿੰਦੇ ਸ਼ਬਦ ਕਿੱਥੇ ਧਿਆਨ ਰੱਖ ਕੇ ਸੁਣਨਾ ਹੈ? ਧਿਆਨ ਆਪਾਂ ਸਾਹਮਣੇ ਖਾਲੀ ਵਿੱਚ ਹੀ, ਸਪੇਸ ਵਿੱਚ ਹੀ ਰੱਖਣਾ। ਸ਼ਬਦ ਚਾਹੇ ਤੁਸੀਂ, ਕਿਉਂਕਿ ਮਾਇਆ ਦਾ ਤਾਂ ਆਕਾਰ ਦਿੱਤਾ ਹੈ ਮਨ ਦੇ ਉੱਤੇ, ਤੇ ਪਾਰ ਬ੍ਰਹਮ ਦੀ ਜੋਤ ਹੈ ਮਨ ਦੇ ਵਿੱਚ ਜੋ ਮੂਲ ਹੈ। ਅਸੀਂ ਆਪ ਦੀ ਸੁਰਤੀ ਦੁਆਰਾ ਦੇਖਣਾ ਵੀ ਮਨ ਦੇ ਕਿਹੜੇ ਪੁਆਇੰਟਾਂ ਦੇ ਵਿੱਚ ਅਸੀਂ ਆਸਣ ਰੱਖਣਾ। ਮਨ ਦੀ ਖੇਡ ਹੈ। ਜਿੰਨੀ ਦੇਰ ਤੱਕ ਮਨ ਸਰੀਰ ਤੋਂ ਵੱਖ ਨਹੀਂ ਹੁੰਦਾ, ਉਨੀ ਦੇਰ ਤੱਕ ਮਨ ਨੂੰ ਨਾ ਆਪ ਦੇ ਸਰੂਪ ਦੀ ਪਹਿਚਾਣ ਆਵੇ, ਨਾ ਆਪ ਦੀ ਜੋਤ ਦੀ ਪਹਿਚਾਣ ਆਵੇ, ਨਾ ਆਪ ਦੇ ਪ੍ਰਕਾਸ਼ ਦੀ ਪਹਿਚਾਣ ਆਵੇ। ਹੁਣ ਗੁਰਮੁਖ ਕਈ ਵਾਰੀ ਵਿਚਾਰ ਕਰਦੇ ਆ ਵੀ ਤੁਹਾਡਾ ਇਹ ਪ੍ਰੈਕਟੀਕਲ ਆ ਜਾਂ ਕੋਈ ਤੁਹਾਡਾ ਮਿਲਾਪ ਆ, ਤਾਂ ਇਹ ਗੱਲ ਕਰਦੇ ਹੋ। ਤੇ ਉਹਨਾਂ ਨੂੰ ਇਹੀ ਸਮਝਾਈਦਾ ਵੀ ਇਹ ਜਿਹੜੀ ਚੌਥੇ ਪਦ ਦੀ ਵਿਚਾਰ ਆ, ਬਿਨਾਂ ਪ੍ਰੈਕਟੀਕਲ ਤੋਂ, ਬਿਨਾਂ ਮਿਲਾਪ ਤੋਂ ਹੋ ਹੀ ਨਹੀਂ ਸਕਦੀ।
ਜਿੰਨਾ ਸਾਡਾ ਮਿਲਾਪ ਹੋਏਗਾ, ਮਿਲਾਪ ਕਰਦਿਆਂ ਸਮੇਂ ਜਿਹੜਾ ਸਾਡਾ ਪ੍ਰੈਕਟੀਕਲ ਹੋਏਗਾ ਉਹੀ ਆਪਾਂ ਵਿਚਾਰ ਕਰ ਸਕਦੇ ਹਾਂ। ਜਿਵੇਂ ਤੁਸੀਂ ਗਾਂ ਦੀ ਗਾਂ ਮਿਲਾਪ ਕਰਦੇ ਜਾਓਗੇ, ਸਹਿਜ ਸੁਭਾਅ ਤੁਸੀਂ ਵੀ ਦੂਸਰਿਆਂ ਨੂੰ ਦੱਸੋਗੇ ਵੀ ਮੈਂ ਇੱਥੋਂ ਤੱਕ ਪਹੁੰਚਿਆ, ਜਾਂ ਮੇਰੀ ਇੱਥੋਂ ਤੱਕ ਅਵਸਥਾ ਹੈ, ਜਾਂ ਆਪਾਂ ਇਸ ਤਰੀਕੇ ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਕਰਨਾ ਹੈ। ਜੇ ਆਪਣਾ ਮਿਲਾਪ ਹੈ ਨਹੀਂ, ਫਿਰ ਤੁਸੀਂ ਕਥਾ ਕਿਵੇਂ ਕਰੋਗੇ? ਜਾਂ ਕਲਪਨਾ ਮੁਤਾਬਕ ਕਰੋਗੇ? ਕਲਪਨਾ ਕਰ ਰਹੇ ਹੋ ਕਿਸੇ ਦੀ ਸੁਣ ਸੁਣਾ ਕੇ, ਜਾਂ ਵਿਆਕਰਣ ਦੇ ਆਧਾਰ ਤੇ ਕਰੋਗੇ, ਜਾਂ ਕਿਸੇ ਟੀਕੇ ਦੇ ਆਧਾਰ ਤੇ ਕਰੋਗੇ। ਪਰ ਅੱਜ ਤੱਕ ਕੋਈ ਟੀਕਾ ਨਹੀਂ, ਕੋਈ ਵਿਆਕਰਣ ਨਹੀਂ ਜਿਹੜਾ 10ਵੇਂ ਘਰ ਦੀ ਗੱਲ ਦੱਸੇ। ਅਸੀਂ ਆਪ ਦਾ ਅਭਿਆਸ ਕਰਕੇ ਆਪ ਦੇ ਮਨ ਦੀ ਤਾਕਤ ਬਣਾਈਏ। ਉਸ ਤਾਕਤ ਦੇ ਵਿੱਚੋਂ ਸਾਨੂੰ ਜਦੋਂ ਅਨੁਭਵ ਹੁੰਦਾ ਹੈ, ਪ੍ਰੈਕਟੀਕਲ ਕਰਨਾ ਕੋਈ ਔਖਾ ਨਹੀਂ ਜੇ ਸਾਡੇ ਮਨ ਦੇ ਵਿੱਚ ਚਾਹਨਾ ਹੋਵੇ। ਤੇ ਅੱਜ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੈ, ਇੱਕ ਨਹੀਂ ਦੋ ਨਹੀਂ, ਹਜ਼ਾਰਾਂ ਗੁਰਮੁਖਾਂ ਦੇ ਸ਼ਬਦ ਚੱਲਦੇ ਪਏ ਆ। ਹਜ਼ਾਰਾਂ ਗੁਰਮੁਖਾਂ ਨੂੰ ਅੰਮ੍ਰਿਤ ਰਸ ਆਉਂਦਾ ਪਿਆ। ਹਰ ਇਲਾਕੇ, ਹਰ ਪਿੰਡ ਦੇ ਵਿੱਚ, ਪੰਜਾਬ ਦੇ ਲਗਭਗ ਪਿੰਡਾਂ ਦੇ ਵਿੱਚ, ਹਰ ਸ਼ਹਿਰ ਵਿੱਚ, ਹਰ ਇਲਾਕਿਆਂ ਵਿੱਚ ਸਾਨੂੰ ਤਕਰੀਬਨ ਗੁਰਮੁਖ ਮਿਲ ਜਾਂਦੇ ਆ ਜਿਨ੍ਹਾਂ ਦੇ ਅੰਦਰ ਅਨਾਹਦ ਸ਼ਬਦ ਅੰਮ੍ਰਿਤ ਰਸ ਚੱਲਦਾ ਪਿਆ। ਐਸੀ ਬਰਕਤ ਹੋਈ ਗੁਰੂ ਨਾਨਕ ਦੇ ਘਰ ਦੀ। ਤੇ ਆਪਾਂ ਵੀ ਉਸੇ ਬਰਕਤ ਦੇ ਭਾਗੀਦਾਰ ਬਣਨਾ। ਜਿਵੇਂ ਜਿਵੇਂ ਆਪਾਂ ਭਾਗੀਦਾਰ ਉਦੋਂ ਬਣਾਂਗੇ ਜਿਵੇਂ ਜਿਵੇਂ ਆਪਾਂ ਮਿਲਾਪ ਕਰਦੇ ਜਾਵਾਂਗੇ, ਗਾਂ ਪ੍ਰੈਕਟੀਕਲ ਕਰਦੇ ਜਾਵਾਂਗੇ, ਉਸੇ ਬਰਕਤ ਦੇ ਵਿੱਚ ਮਨ ਜੁੜਦਾ ਜਾਂਦਾ। ਕਿਉਂਕਿ ਇੱਕ ਦਿਨ ਦਾ ਤਾਂ ਇਹ ਖੇਲ ਨਹੀਂ, ਇਹ ਖੇਲ ਤਾਂ ਅੰਤਲੇ ਸਵਾਸ ਤੱਕ ਦਾ ਹੈ। ਜਿੰਨਾ ਤੁਸੀਂ ਅਭਿਆਸ ਕਰ ਲਓਗੇ, ਜਿੰਨਾ ਅਭਿਆਸ ਕਰਦੇ ਤੁਸੀਂ ਸਹਿਜ ਦੇ ਵਿੱਚ ਜਾਈ ਜਾਓਗੇ, ਜਾਈ ਜਾਓਗੇ, ਜਾਈ ਜਾਓਗੇ, ਉਹਨਾਂ ਤੁਹਾਨੂੰ ਅਨੁਭਵ ਹੁੰਦਾ ਜਾਏਗਾ। ਪਰ ਜੇ ਆਪਾਂ ਕਿਸੇ ਦੂਸਰੇ ਦੀ ਸੁਣਨ ਦੀ ਗੁੰਜਾਇਸ਼ ਰੱਖਾਂਗੇ, ਕਈ ਵਾਰੀ ਸਾਡੇ ਵਿੱਚ ਸਤੋ ਗੁਣੀ ਹਉਮੈ ਇੰਨੀ ਹੁੰਦੀ ਹੈ ਵੀ ਅਸੀਂ ਆਪ ਦੇ ਗਿਆਨ ਨੂੰ, ਆਪ ਦੀ ਜੋ ਸਤੋ ਗੁਣ, ਜੋ ਅਸੀਂ ਭਗਤੀ ਕਰਦੇ ਹਾਂ ਜਾਂ ਕੋਈ ਅਸੀਂ ਅਭਿਆਸ ਕੀਤਾ ਹੁੰਦਾ ਹੈ, ਉਹਨੂੰ ਅਸੀਂ ਇੰਨਾ ਸੱਚ ਮੰਨਦੇ ਹਾਂ ਸਤੋ ਗੁਣੀ ਹਉਮੈ ਵਿੱਚ ਪੈ ਕੇ। ਜੇ ਕੋਈ ਸਾਨੂੰ ਦੂਸਰਾ ਕਹਿੰਦਾ ਹੈ, ਅਸੀਂ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ। ਇਹ ਸਭ ਤੋਂ ਵੱਡਾ ਅੜਿੱਕਾ ਹੈ। ਜਿਹੜੇ ਗੁਰਮੁਖ ਆ ਉਹ ਗੁੰਜਾਇਸ਼ ਰੱਖਦੇ ਆ। ਤੇ ਮਹਾਰਾਜ ਦੀ ਬਾਣੀ ਸਾਡੇ ਤੇ ਮੋਹਰ ਉਦੋਂ ਲਾਉਂਦੀ ਹੈ ਜਦੋਂ ਸਾਡੇ ਅੰਦਰ ਨਾਦ ਚੱਲਦਾ ਹੈ, ਰਸ ਚੱਲਦਾ ਹੈ, ਸਾਡਾ ਮਨ ਥਿਰ ਘਰ ਵਾਸੀ ਬਣਦਾ ਹੈ, ਉਦੋਂ ਸਾਨੂੰ ਗੁਰਮੁਖ ਸਮਝਦੇ ਨੇ। ਜੇ ਸਾਡੇ ਅੰਦਰ ਇਹ ਅਵਸਥਾ ਨਹੀਂ ਹੈਗੀਆਂ, ਚਾਹੇ ਜਿੰਨਾ ਮਰਜ਼ੀ ਗਿਆਨ ਹੈ, ਜਾਂ ਜਿੰਨੇ ਮਰਜ਼ੀ ਤੁਸੀਂ ਕਥਾਵਾਚਕ ਹੋ, ਗਿਆਨੀ ਹੋ, ਧਿਆਨੀ ਹੋ, ਮਹਾਰਾਜ ਚ ਪਾਸ਼ਾ ਮੋਹਰ ਨਹੀਂ ਲਾਉਂਦੇ ਸਾਡੇ ਤੇ। ਤੇ ਜਿਹੜੀ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਆ ਵੀ ਆਪਾਂ ਆਪ ਦੇ ਉੱਤੇ ਮੋਹਰ ਲਵਾਈਏ ਸਤਿਗੁਰ ਦੀ, ਉਸ ਦਾ ਤਰੀਕਾ ਹੈ ਇੱਕ ਇੱਕ ਸਵਾਸ ਰਤਨ ਰੂਪੀ ਸ਼ਬਦ ਦੇ ਵਿੱਚ ਆਪਾਂ ਜੋੜੀਏ। ਸਵਾਸਾਂ ਦਾ ਧਨ ਜਿਵੇਂ ਜਿਵੇਂ ਜੁੜਦਾ ਜਾਊਗਾ, ਸੱਚਾ ਬੋਲ ਅਸੀਂ ਬੋਲਦੇ ਜਾਵਾਂਗੇ। ਇਕੱਲਾ ਸਵਾਸਾਂ ਦਾ ਧਨ ਨਹੀਂ, ਸੱਚਾ ਬੋਲ ਬੋਲਾਂਗੇ, ਸਵਾਸਾਂ ਦਾ ਧਨ ਜੁੜੂਗਾ ਤੇ ਮਾਲਕ ਸਾਡੀ ਪ੍ਰੇਮਾ ਭਗਤੀ ਨੂੰ ਦੇਖ ਕੇ ਸਹਿਜ ਸੁਭਾਅ ਸਾਡੇ ਉੱਪਰ ਕਿਰਪਾ ਕਰਦੇ ਜਾਂਦੇ। ਨਾ ਅਸੀਂ ਮੰਦਾ ਵਚਨ ਸੁਣਨਾ ਹੈ, ਨਾ ਕਹਿਣਾ ਹੈ, ਕਿਉਂਕਿ ਪ੍ਰੀਤੀ ਟੁੱਟ ਜਾਂਦੀ ਆ ਮਾਲਕ ਦੇ ਨਾਲ। ਤੇ ਆਓ ਫਿਰ ਜਿਹੜੇ ਬਚਨ ਦੀ ਪ੍ਰਵਾਨਗੀ ਹੈ, ਉਸੇ ਬਚਨ ਦੀ ਆਪਾਂ ਕਮਾਈ ਕਰੀਏ। ਗੁਰ ਕਾ ਸ਼ਬਦ ਰਾਖ ਮਨ ਮਾਹਿ। ਆਓ ਜੀ ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ
ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰਮੁਖ ਪਿਆਰੇ ਜਿਹੜਾ ਆ ਇਕੱਥ ਦੀ ਵਿਚਾਰ ਨੂੰ, ਗੁਰਮਤਿ ਗਿਆਨ, ਗੁਰਬਾਣੀ, ਗੁਰੂ ਦਾ ਗਿਆਨ ਜੋ ਬਹੁਤ ਹੀ ਸਰਲ ਤਰੀਕੇ ਦੇ ਨਾਲ ਸਮਝਾਉਣਾ ਕਰਦੇ ਹਨ। ਗੁਰਮੁਖਾਂ ਦਾ ਬਹੁਤ ਧੰਨਵਾਦ ਜੋ ਇੱਕ ਇੱਕ ਗੱਲ ਜੀਵ ਦੇ ਸਮਝ ਵਿੱਚ ਪੈ ਜਾਂਦੀ ਹੈ ਤੇ ਬਹੁਤ ਸੌਖੇ ਸਰਲ ਤਰੀਕੇ ਦੇ ਨਾਲ ਗੁਰਮੁਖ ਸਮਝਾਉਂਦੇ ਹਨ ਇਕੱਥ ਦੀ ਵਿਚਾਰ ਨੂੰ। ਗੁਰਮੁਖਾਂ ਦਾ ਬਹੁਤ ਧੰਨਵਾਦ। ਇਸ ਵੀਡੀਓ ਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।